एक मझ बन जाती है, नवी हो गई है, जी वो फिर जाती है, ਉਹਦੀ ਕੀ ਵਜੂਹਾਤ ਨੇ? ਜਿਹੜੀ ਮੱਝ ਫਿਰਦੀ ਹੈ ਨਾ ਉਹਦੇ ਅੰਦਰ ਹੀ ਗੰਢ ਹੈ, ਉਹਦੇ ਅੰਦਰ ਚਰਬੀ ਪੈਦਾ ਹੋ ਗਈ ਹੈ। ਸਹੀ। ਮੱਝ ਉਹਦਾ ਹਾਜ਼ਮਾ ਖਰਾਬ ਹੋ ਜਾਂਦਾ ਜੀ। ਕੋਈ ਗਲਤ ਚੀਜ਼ ਖਾਣ ਨਾਲ, ਉਹਦਾ ਹਾਜ਼ਮਾ ਕਿਸ ਤਰ੍ਹਾਂ ਸਹੀ ਕਰੀਏ? ਅਸੀਂ ਤੇ ਜਨਾਬ ਇੱਥੇ ਪਤਾ ਕੀ ਕਰਦੇ ਆ, ਪੁਦੀਨਾ ਨਹੀਂ ਜਿਹੜਾ ਆਮ ਜੰਗਲੀ ਪੁਦੀਨਾ, ਠੀਕ ਹੈ। ਇੱਕ ਤੇ ਆਮ ਘਰਾਂ 'ਚ ਪੁਦੀਨਾ ਹੁੰਦਾ ਹੈ। ਅੱਛਾ। ਜਿਸ ਵਕਤ ਮੱਝ ਘੱਟ ਵੱਧ ਡਿਮ ਹੋ ਜਾਂਦੀ ਹੈ, ਅਸੀਂ ਉਹਨੂੰ ਮੇਰਾ ਮਤਲਬ ਪੁਦੀਨੇ ਦਾ ਕਾੜਾ ਜਾਂ ਵੱਡੀ ਇਲਾਚੀ ਲਟਾ ਪਟਾ ਪਾ ਕੇ ਜਿਸ ਨਾਲ ਕਾਲਾ ਲੂਣ ਵਿੱਚ ਲਾਜ਼ਮੀ ਹੋਵੇ, ਸਹੀ ਹੈ, ਉਹ ਦੇਈਦਾ ਹਾਂ। ਤੇ ਇਨਸ਼ਾਅੱਲਾ ਗੋਇਆ ਉਹਦਾ ਪਤਲਾ ਹੀ ਰਹਿੰਦਾ ਜਿਸ ਤਰ੍ਹਾਂ ਪਾਣੀ ਵਗਦਾ। ਜੀ ਜੀ। ਉਹਦੀ ਕੀ ਵਜੂਹਾਤ ਨੇ ਔਰ ਉਹ ਕਿਉਂ ਹੁੰਦਾ? ਉਹ ਸਾਡੀਆਂ ਕਮਜ਼ੋਰੀਆਂ ਨਾਲ ਹੁੰਦਾ ਜੀ। ਪਾਣੀ ਡੰਗਰ ਨੂੰ ਗਰਮ ਸਰਦ ਕਰ ਲੈਣਾ। ਠੀਕ ਹੈ। ਅਸੀਂ ਗਰਮ ਪਾਣੀ ਖੁਦਾ ਨੇ ਖਾਸਤਾ ਆਏ ਆ, ਅੱਗੇ ਟੈਂਕੀ ਦੇਖੀ ਨਹੀਂ, ਪਾਣੀ ਗਰਮ ਹੈ, ਡੰਗਰਾਂ ਪੀ ਲਿਆ, ਉਹਨਾਂ ਦੇ ਵਿਚਾਰਿਆਂ ਨੂੰ ਛੁੜਕਣਾ ਹੀ ਛੁੜਕਣਾ। ਕੋਈ ਸ਼ਹਿਦ ਦਿੰਦੇ ਆ ਜੀ, ਉਹਦੇ ਤਾਲੂ ਨੂੰ ਲੱਗ ਜਾਂਦਾ, ਅਥਰੂ ਹੋ ਜਾਂਦਾ ਜੀ, ਜੀ। ਤੇ ਅਥਰੂ ਤੋਂ ਬਚਾਉਣ ਵਾਸਤੇ ਕੀ ਕਰੀਏ? ਅਥਰੂ ਬਹੁਤਾ ਜੀ ਖਾਸ ਕਰਕੇ ਲੱਗਦਾ ਹੈ ਘਿਓ ਦਾ। ਅੱਛਾ। ਘਿਓ ਦਈਏ ਨਾ ਹਾਂ। ਤੇ ਉਹਦੀ ਵਜ੍ਹਾ ਨਾਲ ਹੁੰਦਾ ਹੈ। ਅੱਛਾ। ਤੇ ਕੁਝ ਡੰਗਰ ਉਹਨਾਂ ਨੂੰ ਅਫਾਰਾ ਹੋ ਜਾਂਦਾ, ਫੁੱਲ ਜਾਂਦੇ ਨੇ, ਜੀ ਜੀ। ਉਹਦਾ ਫਿਰ ਕੀ ਇਲਾਜ ਕਰੀਏ? ਫਾਰਾ ਤੇ ਸਾਡੇ ਹੁੰਦਾ ਜੀ ਆ ਜਾ ਕੇ, ਮੇਰਾ ਮਤਲਬ ਹੈ ਛਟਾਲਿਆਂ ਦੇ ਸੀਜ਼ਨ 'ਚ। ਛਟਾਲਿਆਂ ਦੇ ਵਿੱਚ ਕੋਈ ਪੱਠਾ ਐਸਾ ਹੁੰਦਾ ਜਿਹਦੀ ਵਜ੍ਹਾ ਨਾਲ ਡੰਗਰ ਫਰਾ ਜਾਂਦਾ। ਜ਼ਹਿਰ ਬਾਦ ਹੋ ਜਾਏ ਨਾ ਅਗਰ ਡੰਗਰ ਨੂੰ, ਅਸੀਂ ਸ਼ਰਤੀਆ ਕਹਿੰਦੇ ਆ, ਹਲਦੀ ਜੁਆਂ ਦਾ ਸਾੜਾ ਪਾ ਕੇ ਲੱਸੀ ਦੇ ਵਿੱਚ ਰੱਖ ਦਿਓ, 2-4 ਦਿਨ ਉਹਨੂੰ ਬਿਲਕੁਲ ਨਹੀਂ ਲਾਣਾ। ਉਸ ਤੋਂ ਬਾਅਦ ਤੁਸੀਂ ਡੰਗਰ ਨੂੰ ਦੇਣਾ ਸ਼ੁਰੂ ਕਰ ਦਿਓ। ਇੱਕ ਤਾਂ ਡੰਗਰ ਤੁਹਾਡਾ ਜਾਨ ਫਟ ਜਾਏਗਾ, ਦੂਸਰੇ ਨੰਬਰ ਤੇ ਇਨਸ਼ਾਅੱਲਾ ਜ਼ਹਿਰ ਨਹੀਂ ਲਗਾ ਰਹਿਣ। ਸਹੀ। अस्सलाम वालेकुम। ਵਾਲੇਕੁਮ ਅਸਲਾਮ। ਆਪਣਾ ਨਾਮ ਦੱਸਿਓ ਜੀ। ਮੁਸ਼ਤਾਕ ਅਹਿਮਦ ਜੀ, ਪਿੰਡ ਕਿਹੜਾ ਜੇ? ਐਮਲਪੁਰ। ਐਮਲਪੁਰ। ਚਾਚੂ ਜੀ ਤੁਹਾਡੇ ਕੋਲ ਅੱਜ ਅਸੀਂ ਕੁਝ ਦੇਸੀ ਇਲਾਜ ਪੁੱਛਾਂਗੇ। ਅੱਛਾ, ਇਹ ਦੱਸਿਓ ਕਿ ਅਗਰ ਕੋਈ ਮੱਝ ਨਵੀਂ ਨਹੀਂ ਹੁੰਦੀ, ਬਣਦੀ ਨਹੀਂ, ਜੀ ਜੀ। ਤੇ ਉਹਦਾ ਫਿਰ ਕੀ ਇਲਾਜ ਕਰੀਏ? ਉਹਦਾ ਇਲਾਜ ਹੈ ਜੀ, ਜਾਨਵਰ ਸਾਡੇ ਪਿੰਡਾਂ ਦੇ ਵਿੱਚ ਆਮ ਜਿਹੜੇ ਲੋਕ ਨੇ ਨਾ, ਜੀ ਜੀ। ਉਹ ਕਾਰੀਗਰ ਨੇ ਡੰਗਰਾਂ ਦੇ ਵਿੱਚ। ਅੱਛਾ। ਉਹ ਚੋਰੀ ਸਾਹਿਬ ਅੰਦਰ ਇੱਕ ਗੰਢ ਪੈਦਾ ਹੋ ਜਾਂਦੀ ਹੈ, ਠੀਕ ਹੈ। ਜਿਹਦੇ ਵਿੱਚੋਂ ਕਿ ਅਸੀਂ ਸਾਂਢ ਛੱਡੀਏ, ਉਹ ਨਵੀਆਂ ਕਰੇਗਾ, ਸਾਨੂੰ ਮਹਿਸੂਸ ਹੋ ਜਾਏਗੀ ਕਿ ਨਵੀਂ ਹੋ ਗਈ ਹੈ, ਲੇਕਿਨ ਉਹਦੇ ਅੰਦਰ ਇੱਕ ਗੰਢ ਹੁੰਦੀ ਹੈ। ਠੀਕ ਹੈ। ਜਦ ਤੱਕ ਉਹ ਗੰਢ ਨਾ ਕੱਢੇਗਾ, ਠੀਕ ਹੈ, ਉਸ ਵਕਤ ਤੱਕ ਉਹ ਰਲ ਕੇ ਖਲੋਏਗੀ ਨਹੀਂ। ਸਹੀ ਹੈ। ਗੰਢ ਕਿਉਂ ਬਣ ਸਕਦੀ ਹੈ? ਕੀ ਵਜੂਹਾਤ ਨੇ? ਇਹ ਸਾਡੀਆਂ ਖੁਰਾਕਾਂ ਦੀ ਵਜ੍ਹਾ ਨਾਲ ਉਹ ਚਰਬੀ ਅੱਗੇ ਆ ਜਾਂਦੀ ਹੈ, ਚਰਬੀ ਆ ਜਾਂਦੀ ਹੈ, ਉਹ ਕਟਾਣੀ ਪੈਂਦੀ ਹੈ, ਜਾਂ ਉਂਝ ਮੱਝ ਪਾਣੀ ਮਾਰਨ ਲੱਗ ਪੈਂਦੀ ਹੈ? ਪਾਣੀ ਨਹੀਂ ਮਾਰਦੀ। ਪਾਣੀ ਤੇ ਇੱਕ ਮੇਰਾ ਮਤਲਬ ਆਪਣੇ ਗਰਮੈਸ਼ ਦੀ ਵਜ੍ਹਾ ਨਾਲ ਮਾਰਦੀ ਨੇ ਕਿ ਮੈਂ ਬੋਲਾਂ ਤੇ ਰਲਾਂ। ਉਹ ਜਿਸ ਵਕਤ ਉਹਦਾ ਤੇ ਆਪਣਾ ਅਮਲ ਪੂਰਾ ਨਹੀਂ ਹੋਣਾ, ਜਦੋਂ ਬੱਚੇਦਾਨੀ ਵੀ ਸ਼ਹਿਰ ਨਹੀਂ ਜਾਣੀ। ਸਹੀ ਹੈ। ਮਾਲਕ ਨੇ ਸੋਚਣਾ ਮੈਂ ਨਵੀਂ ਘਰਾ ਹਾੜੀਏ, ਸਹੀ ਹੈ, ਉਹਨੇ ਨਵੀਂ ਹੋਣਾ ਕੋਈ ਨਹੀਂ। ਠੀਕ ਹੈ। ਉਹ ਤੇ ਰਸਤੇ 'ਚ ਰਹਿ ਜਾਂਦਾ ਮਸਲਾ। ਸਹੀ ਹੋ ਗਿਆ। ਇੱਕ ਮੱਝ ਬਣ ਜਾਂਦੀ ਹੈ, ਨਵੀਂ ਹੋ ਗਈ ਹੈ, ਜੀ। ਉਹ ਫਿਰ ਜਾਂਦੀ ਹੈ, ਉਹਦੀ ਕੀ ਵਜੂਹਾਤ ਨੇ? ਜਿਹੜੀ ਮੱਝ ਫਿਰਦੀ ਹੈ ਨਾ, ਉਹਦੇ ਅੰਦਰ ਹੀ ਗੰਢ ਹੈ, ਉਹਦੇ ਅੰਦਰ ਚਰਬੀ ਪੈਦਾ ਹੋ ਗਈ ਹੈ। ਸਹੀ ਹੈ। ਉਹ ਸਾਡੇ ਲੋਕਾਂ ਦੇ ਵਿੱਚ ਤਜਰਬੇ, ਜਿਹੜਾ ਲੋਕਾਂ ਨੇ ਕੰਮ ਕਰਦੇ ਨੇ ਨਾ, ਉਹ ਭਾਜੀ ਉਹਨੂੰ ਕਮ ਅਜ਼ ਕਮ ਇੱਕ ਜਿਸ ਤਰ੍ਹਾਂ ਕਿ ਤ੍ਰਿੰਗਲ ਦੀ ਇੱਕ ਉਹ ਬਰੀਕ ਸੁੱਟ ਨਹੀਂ ਹੁੰਦੀ, ਉਹਦੇ ਅੱਗੇ ਬਾਲ ਰੱਖਦੇ ਨੇ। ਉਹ ਗੰਢ ਨੂੰ, ਚਰਬੀ ਨੂੰ ਵੱਢ ਕੇ ਨਾ, ਤੇ ਉਹਦੀ ਬੱਚੇਦਾਨੀ 'ਚ ਬਾਲ ਰੱਖ ਛੱਡਦੇ ਨੇ। ਸਹੀ ਹੈ। ਜਿਸ ਵਕਤ ਮੱਝ ਰਲਦੀ ਹੈ ਨਾ, ਕੋਈ ਨਾ ਕੋਈ ਜਰਾਸੀਮ ਉਹਨਾਂ ਬਾਲਾਂ ਚੜ ਜਾਂਦਾ, ਤੇ ਇਨਸ਼ਾਅੱਲਾ ਮੱਝ ਸਹੀ ਸੂ ਜਾਂਦੀ। ਠੀਕ ਹੋ ਗਿਆ, ਠੀਕ ਹੋ ਗਿਆ, ਜ਼ਬਰਦਸਤ। ਅੱਛਾ, ਉਹਨਾਂ ਦੱਸੋ ਕਿ ਮੱਝ ਉਹਦਾ ਹਾਜ਼ਮਾ ਖਰਾਬ ਹੋ ਜਾਂਦਾ ਕੋਈ ਗਲਤ ਚੀਜ਼ ਖਾਣ ਨਾਲ, ਉਹਦਾ ਹਾਜ਼ਮਾ ਕਿਸ ਤਰ੍ਹਾਂ ਸਹੀ ਕਰੀਏ? ਅਸੀਂ ਤੇ ਜਨਾਬ ਇੱਥੇ ਪਤਾ ਕੀ ਕਰਦੇ ਆ, ਪੁਦੀਨਾ ਨਹੀਂ ਜਿਹੜਾ ਆਮ ਜੰਗਲੀ ਪੁਦੀਨਾ, ਠੀਕ ਹੈ। ਇੱਕ ਤੇ ਆਮ ਘਰਾਂ 'ਚ ਪੁਦੀਨਾ ਹੁੰਦਾ। ਅੱਛਾ। ਜਿਸ ਵਕਤ ਮੱਝ ਘੱਟ ਵੱਧ ਡਿਮ ਹੋ ਜਾਂਦੀ ਹੈ, ਅਸੀਂ ਉਹਨੂੰ ਮੇਰਾ ਮਤਲਬ ਪੁਦੀਨੇ ਦਾ ਕਾੜਾ ਜਾਂ ਵੱਡੀ ਇਲਾਚੀ ਲਟਾ ਪਟਾ ਪਾ ਕੇ ਜਿਸ ਨਾਲ ਕਾਲਾ ਲੂਣ ਵਿੱਚ ਲਾਜ਼ਮੀ ਹੋਵੇ, ਸਹੀ ਹੈ, ਉਹ ਦੇਈਦਾ। ਤੇ ਇਨਸ਼ਾਅੱਲਾ ਇਹ ਕਾੜਾ ਜ਼ਰਾ ਦੱਸਿਓ ਕਿ ਇਹ ਕਿਸ ਤਰ੍ਹਾਂ ਬਣਾਉਣਾ? ਯਾਨੀ ਕਿ ਕਾੜਾ ਜਿਹੜਾ ਨਾ, ਜਿਹੜੀਆਂ ਚੀਜ਼ਾਂ ਵਿੱਚ ਪਾਣੀਆਂ ਨੇ ਨਾ, ਕਮ ਅਜ਼ ਕਮ 2 ਕਿਲੋ ਪਾਣੀ ਹੋਣਾ ਚਾਹੀਦਾ। 2 ਕਿਲੋ ਪਾਣੀ, ਉਹਦੇ ਵਿੱਚ ਚੀਜ਼ਾਂ ਸੁੱਟ ਦਿਓ। ਅੱਛਾ। ਸਟਾਕੀ 1.5 ਸਟਾਕੀ। ਸਟਾਕੀ ਕਿਹੜੀਆਂ ਚੀਜ਼ਾਂ ਨੇ? ਯਾਨੀ ਕਿ ਕਾਲਾ ਲੂਣ, ਗੁੜ, ਮੋਟੀ ਇਲਾਚੀ, ਪੁਦੀਨਾ, ਜੰਗਲੀ ਪੁਦੀਨਾ ਜੀ। ਉਹ ਤੁਸੀਂ ਸੁੱਟ ਦਿਓ। ਜਿਸਲੇ ਉਹ ਰਹਿ ਜਾਏਗਾ 3 ਪਾ, 2 ਕਿਲੋ ਤੋਂ 3 ਪਾ ਰਹਿ ਜਾਏਗਾ, ਉਹ ਡੰਗਰ ਨੂੰ ਦੇ ਦਿਓ। ਅੱਛਾ। ਉਹਦਾ ਹੋ ਜਾਏਗਾ ਅਸਰ। ਤੇ ਜੇ ਤੁਸੀਂ ਬੁਆਲਾ ਕਰਾ ਕੇ ਖਾਲੀ ਉਹਨੂੰ ਦੇਣਾ, ਤੇ ਉਹ ਪਾਣੀ ਪਿਆਉਣ ਵਾਲੀ ਗੱਲ ਹੈ। ਯਾਨੀ ਉਹਦਾ ਕਾੜਾ ਬਣਾਉਣਾ ਹੈ, ਉਹ ਦਿਓ, ਇਨਸ਼ਾਅੱਲਾ ਡੰਗਰ ਠੀਕ ਹੋ ਜਾਂਦੇ। ਤੇ ਕੁਛ ਜਿਹੜਾ ਨਾ ਉਹ ਗੋਇਆ ਪਤਲਾ ਕਰਨ ਲੱਗ ਪੈਂਦੇ ਨੇ, ਔਰ ਜਾਨਵਰ ਬੜਾ ਕੁਝ ਦਿੰਨੇ ਆ, ਲੇਕਿਨ ਉਹ ਸਹੀ ਨਹੀਂ ਹੁੰਦਾ,
ਉਹ ਗੋਇਆ ਉਹਦਾ ਪਤਲਾ ਹੀ ਰਹਿੰਦਾ ਜਿਸ ਤਰ੍ਹਾਂ ਪਾਣੀ ਵਗਦਾ ਹੈ। ਜੀ ਜੀ ਉਹਦੀ ਕੀ ਵਜੂਹਾਤ ਨੇ ਔਰ ਉਹ ਕਿਉਂ ਹੁੰਦਾ ਹੈ? ਉਹ ਸਾਡੀਆਂ ਕਮਜ਼ੋਰੀਆਂ ਨਾਲ ਹੁੰਦਾ ਜੀ। ਪਾਣੀ ਡੰਗਰ ਨੂੰ ਗਰਮ ਸਰਦ ਕਰ ਲੈਣਾ। ਠੀਕ ਹੈ। ਅਸੀਂ ਗਰਮ ਪਾਣੀ ਖੁਦਾ ਨਾ ਖਾਸਤਾ ਆਏ ਆ, ਅੱਗੇ ਟੈਂਕੀ ਦੇਖੀ ਨਹੀਂ, ਪਾਣੀ ਗਰਮ ਹੈ, ਡੰਗਰਾਂ ਪੀ ਲਿਆ। ਉਹਨਾਂ ਦੇ ਵਿਚਾਰਿਆਂ ਨੂੰ ਛੁੜਕਣਾ ਹੀ ਛੁੜਕਣਾ। ਉਹ ਸਾਡੇ ਕੋਲੋਂ ਚਾਰੇ ਦਾ ਘਾਟਾ ਵਾਧਾ ਹੁੰਦਾ ਜਿਹਦੀ ਵਜ੍ਹਾ ਨਾਲ ਡੰਗਰ ਛੁੜਕਦਾ। ਠੀਕ ਹੋ ਗਿਆ, ਠੀਕ ਹੋ ਗਿਆ। ਤੇ ਕੁਝ ਡੰਗਰ ਜਿਹੜੇ ਨੇ ਉਹ ਬੰਦ ਹੋਈ ਜਾਂਦੇ ਨੇ, ਯਾਨੀ ਖਲੋਈ ਜਾਂਦੇ ਨੇ, ਪੱਠੇ ਨਹੀਂ ਖਾਂਦੇ, ਜਿਹਨੂੰ ਕਹਿੰਦੇ ਟੱਕ ਲੱਗ ਗਿਆ। ਜੀ ਉਹਦਾ ਫਿਰ ਕੀ ਕਰੀਏ? ਉਹਦਾ ਇਹੋ ਹੀ ਹੈ, ਬਸ ਉਹਨੂੰ ਗੁੜ ਛੋੜ ਗੰਢੇ ਛੰਡੇ ਦਿਓ। ਅਸੀਂ ਤੇ ਇੱਥੇ ਗੰਢੇ ਛੰਡੇ ਦਿੰਦੇ ਜੀ। ਗੰਡੇ, ਗੁੜ ਜਾਂ ਦਾਦੜ ਮਿਰਚ ਜਾਂ ਹਰੀ ਮਿਰਚ, ਉਹ ਕਿਸ ਤਰ੍ਹਾਂ ਦੇਣੀ ਹੈ? ਇਹ ਦਾਦੜ ਮਿਰਚ ਹੋ ਗਈ, ਇਹਦੀ ਪਿੰਨੀ ਬਣਾ ਕੇ ਜੀ ਉਹਨੂੰ ਦੇ ਦਿਓ, ਵਿੱਚ ਅਦਰਕ ਪਾ ਲਓ, ਹੂੰ, ਉਹ ਦਿਓ, ਇਨਸ਼ਾਅੱਲਾ ਤਾਲਾ ਦੂਸਰੇ ਦਿਨ ਡੰਗਰ ਠੀਕ ਠਾਕ ਹੋ ਜਾਏਗਾ। ਤੇ ਬਾਜ਼ ਔਕਾਤ ਡੰਗਰ ਨੂੰ ਕੋਈ ਸ਼ੈ ਦਿੰਦੇ ਆ, ਜੀ ਉਹਦੇ ਤਾਲੂ ਨੂੰ ਲੱਗ ਜਾਂਦਾ, ਅਥਰੂ ਹੋ ਜਾਂਦਾ ਹੈ। ਜੀ, ਜੀ। ਤੇ ਅਥਰੂ ਤੋਂ ਬਚਾਉਣ ਵਾਸਤੇ ਕੀ ਕਰੀਏ? ਅਥਰੂ ਬਹੁਤਾ ਜੀ ਖਾਸ ਕਰਕੇ ਲੱਗਦਾ ਹੈ ਘਿਓ ਦਾ। ਅੱਛਾ, ਘਿਓ ਦਈਏ ਨਾ ਹਾਂ, ਤੇ ਉਹਦੀ ਵਜ੍ਹਾ ਨਾਲ ਹੁੰਦਾ ਹੈ। ਅੱਛਾ। ਤੇ- ਘਿਓ ਕਿਹੜਾ, ਡਾਲਡਾ ਜਾਂ ਦੇਸੀ? ਦੇਸੀ ਦੇਸੀ ਨਾਲ ਜ਼ਿਆਦਾ ਹੁੰਦਾ। ਕੁਝ ਕਹਿੰਦੇ ਨੇ ਮਿਰਚਾਂ ਦੀ ਧੂੜ ਨਾ ਹੁੰਦਾ, ਉਹ ਮਿਰਚਾਂ ਦੇ ਜਿਹੜੀ ਕਾੜ ਕੇ ਦਿੰਦੇ ਨੇ ਨਾ, ਉਹਦੇ ਨਾਲ ਨਹੀਂ ਹੁੰਦਾ। ਉਹਦੇ ਨਾਲ ਹੁੰਦਾ, ਲੇਕਿਨ ਉਹਦੇ ਵਿੱਚ ਘਿਓ ਹੋਵੇ ਤੇ ਨਹੀਂ ਹੁੰਦਾ ਅੱਛਾ ਜੀ। ਤੇ ਹਾਲੀ ਘਿਓ ਨਾਲ ਵੀ ਹੋ ਜਾਂਦਾ? ਖਾਲੀ ਘਿਓ ਨਾਲ ਵੀ ਹੋ ਜਾਂਦਾ। ਦੁੱਧ ਪਾ ਕੇ ਉਹਨੂੰ ਘਿਓ ਦਿਓ, ਉਹ ਜਾਂਦਾ ਹੀ ਤਾਲੂਏ ਲੱਗਾ, ਉਹਨੂੰ ਸੁਰੰਡ ਲੱਗ ਜਾਏਗਾ। ਹੂੰ, ਉਹ ਡੰਗਰ ਦੀ ਸਮਝ ਲਓ ਕਿ ਬਰਬਾਦੀ ਹੋ ਗਈ। ਠੀਕ ਹੋ ਗਿਆ। ਅਗਰ ਤੁਹਾਡਾ ਡੰਗਰ ਕਿਸੇ ਚੀਜ਼ ਚੋਕਰ ਚ ਪਾ ਕੇ ਘਿਓ ਖਾ ਲੈਂਦਾ, ਹੂੰ, ਉਹਨੂੰ ਚੋਕਰ ਚ ਦਿਓ, ਸੁਰੰਡ ਨਹੀਂ ਲੱਗੇਗਾ। ਸਹੀ ਹੋ ਗਿਆ। ਯਾਨੀ ਇਹ ਅਥਰੂ ਦੀਆਂ ਇਹਤਿਆਤਾਂ ਨੇ ਜ਼ਿਆਦਾ। ਜੀ ਜੀ। ਤੇ ਅਗਰ ਬਿਲਫਰਜ਼ ਕਿਸੇ ਨੂੰ ਅਥਰੂ ਹੋ ਹੀ ਗਿਆ ਹੈ, ਤੇ ਉਹਦਾ ਫਿਰ ਕਿਸ ਤਰ੍ਹਾਂ ਸੈੱਟ ਕਰੀਏ ਉਹਨੂੰ? ਉਹਦਾ ਇਲਾਜ ਸ਼ੁਰੀ ਜੇ। ਅੱਛਾ, ਹਾਂ, ਯਾਨੀ ਅਗਰ ਉਹ ਚਾਰੇ ਬੰਨੇ ਨਾ ਪੇਸ਼ ਜਾਏ ਤੇ ਫਿਰ ਉਹ ਉਹ ਬਸ ਡਾਕਟਰਾਂ ਕੋਲੋਂ ਫ੍ਰੀ ਐਵੇਂ ਟੀਕੇ ਲਵਾਉਣ ਵਾਲੀ ਗੱਲ ਜੇ, ਖਰਚਾ ਕਰਨ ਵਾਲੀ, ਉਹ ਸਮਝ ਲਓ ਅਖੀਰ ਹੀ ਆ ਉਹਦੀ। ਸਹੀ ਹੋ ਗਿਆ। ਅੱਛਾ, ਤੇ ਕੁਝ ਡੰਗਰ ਉਹਨਾਂ ਨੂੰ ਅਫਾਰਾ ਹੀ ਜਾਂਦਾ, ਫੁੱਲ ਜਾਂਦੇ ਨੇ, ਜੀ ਜੀ। ਉਹਦਾ ਫਿਰ ਕੀ ਇਲਾਜ ਕਰੀਏ? ਫਾਰਾ ਤੇ ਸਾਡੇ ਹੁੰਦਾ ਜੇ ਆ ਜਾ ਕੇ, ਮੇਰਾ ਮਤਲਬ ਹੈ ਛਟਾਲਿਆਂ ਦੇ ਸੀਜ਼ਨ 'ਚ। ਹੂੰ, ਛਟਾਲਿਆਂ ਦੇ ਵਿੱਚ ਕੋਈ ਪੱਠਾ ਐਸਾ ਹੁੰਦਾ ਜਿਹਦੀ ਵਜ੍ਹਾ ਨਾਲ ਡੰਗਰ ਫਰਾ ਜਾਂਦਾ, ਹੂੰ, ਉਹ ਫਿਰ ਮੀਨ ਕੀ ਹੈ, ਫਰਾ ਬਣ ਜਾਂਦਾ। ਹੂੰ, ਉਹ ਫਿਰ ਬਾਰ-ਬਾਰ ਯਾਨੀ ਕਿ ਫਰਾ ਹੁੰਦਾ ਰਹਿੰਦਾ। ਅੱਛਾ, ਹਾਂ, ਠੀਕ ਹੈ। ਉਹ ਫਿਰ ਆਪ ਹੀ ਠੀਕ ਹੋ ਜਾਂਦਾ ਹੈ। ਉਹਨੂੰ ਇਹ ਗਰੀਸ ਵਗੈਰਾ ਦਿੰਨੇ ਆ, ਹੂੰ, ਗਰੀਸ ਦਈਏ ਜਾਂ ਤੇਲ ਦੇ ਦਈਏ, ਹੂੰ। ਉਹਦਾ ਅੰਦਰ ਜਿਹੜਾ ਹੀਟ ਫੜ ਜਾਂਦਾ। ਅੱਛਾ, ਛਟਾਲੇ ਦਾ ਪੱਠਾ ਗਰਮ ਹੁੰਦਾ ਹੈ, ਹੂੰ, ਜਿਹਦੀ ਵਜ੍ਹਾ ਨਾਲ ਉਹ ਫਰਾ ਹੁੰਦਾ ਹੈ। ਫਿਰ ਉਹਨੂੰ ਤੇਲ ਛੇਲ ਦੇ ਦਈਏ, ਉਹ ਛੱਡ ਜਾਂਦਾ। ਸਹੀ ਹੋ ਗਿਆ। ਅੱਛਾ, ਤਾਂ ਅਗਰ ਲੱਗ ਜਾਏ ਗਰਮੀ ਕਿਸੇ ਜਾਨਵਰ ਨੂੰ ਤੇ? ਅਗਰ ਕਿਸੇ ਜਾਨਵਰ ਨੂੰ ਲੱਗ ਜਾਏ ਨਾ ਗਰਮੀ, ਹੂੰ, ਖਾਸ ਕਰਕੇ ਗਾਈ ਵਗੈਰਾ ਨੂੰ ਲੱਗਦੀ ਹੈ ਹੂੰ। ਗਰਮੀ, ਬਿਲਕੁਲ। ਉਹ ਤੁਸੀਂ ਜਦੋਂ ਪੋਹ ਦਾ ਮਹੀਨਾ ਆਵੇ, ਪੂਰੀ ਠੰਡ ਹੁੰਦੀ ਹੈ, 2 ਕਿਲੋ ਨੂੰ ਤੀਲੀ ਦਾ ਤੇਲ ਦੇ ਦਿਓ। ਅੱਛਾ, ਆਇੰਦਾ ਮੇਰਾ ਮਤਲਬ ਹੈ ਗਰਮੀਆਂ 'ਚ ਉਹਨੂੰ ਤਾਂ ਨਹੀਂ ਰਹੇਗਾ। ਸਹੀ ਹੈ। ਤੇ ਅਗਰ ਫੌਰੀ ਤੌਰ ਤੇ ਇਲਾਜ ਕਰਨਾ ਹੋਏ? ਫੌਰੀ ਤੌਰ ਤੇ ਸਾਡੇ ਇੱਥੇ ਕੋਈ ਵੀ ਇਲਾਜ ਨਹੀਂ ਜੇ। ਅੱਛਾ, ਅਸੀਂ ਲੋਕ ਇਹ ਵੀ ਪੇ ਜੂਆਂ ਚਾਰਦੇ ਜੇ, ਹਾਂ, ਜੂਆਂ ਲਿਆ ਕੇ ਉਹ ਦਲਾ ਕੇ ਨਾ, ਹੂੰ, ਉਹ ਚਾਰਦੇ ਰਹਿੰਦੇ ਆ। ਸਹੀ ਹੈ। ਜਵਾਨ ਜਿਹੜਾ ਵੇ ਤਾਰਾ ਮੀਰਾ, ਤਾਰਾ ਮੀਰਾ, ਉਹ ਅਸੀਂ ਚਾਰਨੇ ਆ। ਹੂੰ, ਜਾਂ ਇਹ ਹਲਦੀ ਨਹੀਂ ਹੁੰਦੀ ਕੱਚੀ, ਜੀ, ਇਹ ਮੇਰਾ ਮਤਲਬ ਕੁੱਟ ਕੱਟ ਕੇ, ਹੂੰ, ਉਹ ਲੱਸੀ ਪਾ ਕੇ, ਹੂੰ, ਉਹਨਾਂ ਨੂੰ ਸਾੜਾ ਜਿਹਾ ਇੱਕ ਮਤਲਬ ਬਣ ਜਾਂਦਾ। ਅੱਛਾ, ਲੱਸੀ ਦੇ ਵਿੱਚ ਜੂਆਂ ਸੁੱਟਣਾ ਹੈ, ਵਿੱਚ ਹਲਦੀ ਸੁੱਟਣੀ ਹੈ, ਹੂੰ, ਟੀਨ ਦੇ ਵਿੱਚ। ਉਹ ਰੋਜ਼ਾਨਾ ਉਹਨੂੰ ਮਤਲਬ 2 ਨਾਲਾਂ 3 ਨਾਲਾਂ ਦਿੰਦਿਆਂ ਰਹਿਣਾ। ਸਹੀ ਹੈ। ਉਹ ਇੱਕ ਆਰਜ਼ੀ ਇਲਾਜ ਹੈ। ਠੀਕ ਹੋ ਗਿਆ। ਜੀ। ਯਾਨੀ ਫਿਰ ਸਰਦੀਆਂ ਦਾ ਤਾਂ ਪੱਕਾ ਇਲਾਜ ਹੈ। ਹਾਂ, ਤੇ ਜ਼ਹਿਰਬਾਦ ਅਗਰ ਹੋਈਏ ਇਹ ਕਿਸੇ ਨੂੰ? ਜ਼ਹਿਰਬਾਦ ਹੋ ਜਾਏ ਨਾ ਅਗਰ ਡੰਗਰ ਨੂੰ, ਅਸੀਂ ਸ਼ਰਤੀਆ ਕਹਿੰਦੇ ਆ, ਹਲਦੀ, ਹੂੰ, ਜੂਆਂ ਹੂੰ, ਦਾ ਸਾੜਾ ਪਾ ਕੇ ਲੱਸੀ ਦੇ ਵਿੱਚ ਹੂੰ, ਰੱਖ ਦਿਓ। 2-4 ਦਿਨ ਉਹਨੂੰ ਬਿਲਕੁਲ ਨਹੀਂ ਲਾਣਾ। ਉਸ ਤੋਂ ਬਾਅਦ ਤੁਸੀਂ ਡੰਗਰ ਨੂੰ ਦੇਣਾ ਸ਼ੁਰੂ ਕਰ ਦਿਓ। ਇੱਕ ਤਾਂ ਡੰਗਰ ਤੁਹਾਡਾ ਜਾਨ ਫੜ ਜਾਏਗਾ, ਦੂਸਰੇ ਨੰਬਰ ਤੇ ਇਨਸ਼ਾਅੱਲਾ ਜ਼ਹਿਰ ਨਹੀਂ ਲਗਾ ਰਹਿਣ। ਸਹੀ ਹੈ। ਜ਼ਹਿਰ 2 ਤਰ੍ਹਾਂ ਦਾ ਹੁੰਦਾ, ਮਿੱਠਾ ਜ਼ਹਿਰ ਤੇ ਇੱਕ ਆਉਂਦੇ ਨੇ ਕਿ ਦੂਸਰਾ ਜਿਹੜਾ ਵੇ ਕੌੜਾ, ਤੇ ਯਾਨੀ ਕਿ ਇੱਥੇ ਜ਼ਹਿਰਬਾਦ। ਭਾਜੀ, ਇੱਥੇ ਇੰਨੀ ਕਿਸੇ ਬੰਦੇ ਨੂੰ ਪਛਾਣ ਨਹੀਂ ਜੇ ਹੂੰ, ਭਈ ਕੌੜਾ ਕਿਹੜਾ ਹੈ। ਇੱਥੇ ਤੇ ਸਿਰਫ ਕੋਈ ਡੰਗਰ ਡਿਮ ਹੁੰਦਾ ਹੈ, ਜਾਓ ਜੀ ਡਾਕਟਰ ਨੂੰ ਬੁਲਾ ਲਿਆਓ। ਡਾਕਟਰ ਨੇ ਆਣਾ ਹੈ, ਉਹ 5 ਗ੍ਰਾਮ ਦਾ ਟੀਕਾ ਜਿਹੜਾ 100 ਰੁਪਏ ਦਾ ਅਸੀਂ ਲਿਆ ਕੇ ਆਪੇ ਖੁਦ ਲਾ ਉਹਨੇ ਲੈਂਦੇ ਹਾਂ। 4000 ਦਾ ਲਾਇਆ। ਉਹਨੇ ਚੋਰੀ ਸਾਹਿਬ 3 ਉਹਦੇ ਹਿੱਸੇ ਕਰਕੇ। ਇੱਕ ਜਾਨਵਰ ਸੁੱਕ ਜਾਂਦਾ ਹੈ, ਸੋਕੜਾ ਹੋ ਜਾਂਦਾ ਉਹਨੂੰ, ਜੀ ਖਲੋਤਾ ਖਲੋਤਾ ਹੀ ਪੱਠੇ ਵੀ ਖਾਏਗਾ, ਸਾਰਾ ਕੁਝ ਕਰੇਗਾ, ਲੇਕਿਨ ਉਹ ਆਪਣੀ ਰੁੱਤ 'ਚ ਨਹੀਂ ਆਏਗਾ। ਉਹ ਸਾਰੇ ਜਾਨਵਰ ਸਾਡੇ ਇਲਾਕੇ 'ਚ ਆਮ ਹੋ ਜਾਂਦੇ ਨੇ। ਹੂੰ, ਉਹਨਾਂ ਦਾ ਸਿਰਫ ਇੰਨਾ ਹੀ ਮਕਸਦ ਹੈ ਹੂੰ, ਕਿ ਉਹਦਾ ਮਾਲਕ ਉਹਦੀ ਕੇਅਰ ਨਹੀਂ ਕਰ ਰਿਹਾ, ਉਹਨੂੰ ਦਵਾ ਟਾਈਮ ਸਿਰ ਨਹੀਂ ਦੇ ਰਿਹਾ। ਹੂੰ, ਇਹਦੀ ਵਜ੍ਹਾ ਨਾਲ ਉਹਦਾ ਜਿਹੜਾ ਕਲੇਜਾ ਹੈ, ਹੂੰ, ਉਹ ਕਿਰਮ ਝੱਟ ਜਾਂਦੇ ਨੇ, ਸਹੀ। ਉਹਦੀ ਖੁਰਾਕ ਨੂੰ ਕਿਰਮ ਖਾ ਜਾਂਦੇ ਨੇ, ਉਹ ਵਿਚਾਰਾ ਸੁੱਕਦਾ ਜਾਂਦਾ। ਸਹੀ ਹੈ। ਕਿਰਮ ਕਸ਼ ਦਾ ਕੀ ਇਲਾਜ ਕਰੀਏ? ਕਿਰਮ ਨੂੰ ਕਿਸ ਤਰ੍ਹਾਂ ਮਾਰੀਏ? ਕਿਰਮਾਂ ਦਾ ਇਲਾਜ ਖੁਦ ਦਵਾਈ ਦਿਓ, ਨਿਲ ਜਾਣ ਨਿਲ ਜਾਣ। ਜੀ। ਤੇ ਇਹ ਜਿਹੜਾ ਮੱਖੀ ਮੱਛਰ ਆਈ ਜਾਂਦਾ, ਉਹਦਾ ਕਿਸ ਤਰ੍ਹਾਂ ਇਲਾਜ ਕਰੀਏ? ਅਸੀਂ ਤੇ ਇਹ ਜਿਹੜੀ ਹੈ ਨਾ, ਖਾਸ ਕਰਕੇ ਗੰਢਾ, ਹੂੰ,
ਗੰਢਾ ਖਾਣ ਵਾਲਾ ਜਾਨਵਰ ਨੂੰ ਮੱਖੀ ਮੱਖਰ ਕੁਛ ਨਹੀਂ ਜੇ ਕਹਿੰਦਾ। ਅੱਛਾ। ਹਾਂ ਤੁਸੀਂ ਇਹ ਤੇ ਨਹੀਂ ਨਾ ਕਿ ਹੁਣ ਮੇਰਾ ਮਤਲਬ ਹੈ ਅਸੀਂ ਜਾਨਵਰ ਰੱਖ ਛੜਿਆ, ਜਦੋਂ ਪੱਠੇ ਨਾ ਖਾਏਗਾ ਤੇ ਗੰਢੇ ਦੇਾਂਗੇ। ਉਹਨੂੰ ਕਮ ਸੇ ਕਮ 7ਵੇਂ 8ਵੇਂ ਦਿਨ ਤੁਸੀਂ ਗੰਢੇ ਕਿਲੋ ਡੇਢ ਦਿਓ। ਸਹੀ ਹੈ, ਜ਼ਬਰਦਸਤ। ਉਹ ਇਸ ਵਾਸਤੇ ਕਿ ਉਹਦੀ ਇੱਕ ਖੁਰਾਕ ਦੀ ਖੁਰਾਕ ਹੈ, ਔਰ ਮੱਖੀ ਮੱਛਰ ਤੋਂ ਗੰਢਾ ਜਿਹੜਾ ਉਹਨੂੰ ਬਚਾ ਜਾਏਗਾ। ਠੀਕ ਹੋ ਗਿਆ, ਸਹੀ ਹੋ ਗਿਆ, ਜ਼ਬਰਦਸਤ। एक सवाल सी कि अगर कोई जानवर बुरी चीज़ खा ले, कोई लोया या लकड़ी कोई ਇਹੋ ਜਿਹੀ चीज़ अगर निकल जाए तो ਉਹ ਤਾਂ ਫਿਰ ਕਿਸ ਤਰ੍ਹਾਂ ਗਲੇਗੀ ਉਹਦੇ ਪੇਟ ਵਿੱਚ? ਦੇਖੋ ਜੀ, ਉਹ ਉਹਨੂੰ ਛਿੜਕਾਣਾ ਪਏਗਾ। ਅੱਛਾ। ਜਦੋਂ ਉਹ ਚੀਜ਼ ਐਸੀ ਖਾ ਜਾਂਦਾ ਹੈ ਕਿ ਉਹਦਾ ਨੁਕਸਾਨ ਹੋਣ ਦਾ ਖਤਰਾ ਹੁੰਦਾ ਹੈ, ਉਹ ਤੁਸੀਂ ਉਹਨੂੰ ਇਹ ਖਾਸ ਕਰਕੇ ਚਾਸ ਨਹੀਂ ਹੁੰਦੀ ਖੰਡ ਦੀ, ਜਲੇਬੀਆਂ ਦਾ ਵਿੱਚ ਮਸਾਲਾ ਮਿਕਸ ਹੋ ਜਾਂਦਾ, ਉਹ ਤੁਸੀਂ ਵੱਡਾ ਡੰਗਰ ਹੈ ਤੇ ਉਹਨੂੰ ਅੱਧਾ ਕਿਲੋ ਦੇ ਦਿਓ, ਛੋਟਾ ਤੇ ਉਹਨੂੰ ਪਾ ਦੇ ਦਿਓ ਚਾਸ, ਉਹ ਇੱਕਦਮ ਛੁੜਕ ਛੜੇਗਾ, ਜੋ ਕੁਝ ਵੀ ਹੋਏਗਾ ਬਾਹਰ ਕੱਢ ਛੜੇਗਾ। ਠੀਕ ਹੋ ਗਿਆ, ਠੀਕ ਹੋ ਗਿਆ। ਜਾਨਵਰਾਂ ਨੂੰ ਜਦੋਂ ਸਾੜੂ ਹੋ ਜਾਂਦਾ ਉਹਦਾ ਫਿਰ ਕੀ ਅਸੀਂ ਇਲਾਜ ਕਰੀਏ? ਦੇਖੋ ਜੀ, ਜਿਹੜੇ ਨਾ ਸਾੜੂ ਹੋ ਜਾਂਦਾ ਨਾ, ਸਾਡੇ ਤੇ ਇਲਾਕੇ ਦੇ ਵਿੱਚ ਉਹ ਅਸੀਂ ਇਹ ਤੇਲ ਸ਼ੇਲ ਵਗੈਰਾ ਦਿੰਦੇ ਜੇ। ਜਾਨਵਰ ਗਰਮ ਹੁੰਦਾ ਹੈ ਜੀ, ਜਿਹਦੀ ਵਜ੍ਹਾ ਨਾਲ ਵੰਡ ਦੀ ਵਜ੍ਹਾ ਨਾਲ ਗਰਮ ਹੋ ਜਾਂਦਾ ਜਾਂ ਕਿਸੇ ਵਜ੍ਹਾ ਨਾਲ ਹੋ ਜਾਂਦਾ, ਅਸੀਂ ਉਹਨੂੰ ਇਹ ਸਰੋਂ ਦਾ ਤੇਲ ਦਿੰਦੇ ਜੇ। ਠੀਕ ਹੈ, ਤੇ ਇਨਸ਼ਾਅੱਲਾ ਠੀਕ ਹੋ ਜਾਂਦਾ। ਸਹੀ ਹੋ ਗਿਆ। ਸਰ ਤੁਸੀਂ ਬੜੇ ਕੀਮਤੀ ਇਲਾਜ ਦੱਸੇ ਨੇ, ਉਮੀਦ ਹੈ ਤੁਹਾਡੇ ਇਲਾਜ ਜਿਹੜੇ ਨੇ ਉਹ ਨਾਜ਼ਰੀਨ ਨੂੰ ਪਸੰਦ ਆਣਗੇ।